प्रोग्राम गुरमत ज्ञान लाइव ਦੇ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਦਾ ਮਨਦੀਪ ਸਿੰਘ ਵੱਲੋਂ ਸਵਾਗਤ ਹੈ। ਹਰ ਹਫਤੇ ਦੀ ਤਰ੍ਹਾਂ ਇਸ ਹਫਤੇ ਵੀ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ ਆਪ ਜੀ ਨੂੰ ਗੁਰਮਤੀ ਸੰਬੰਧੀ ਗੁਰਬਾਣੀ ਸੰਬੰਧੀ ਸੇਧ ਦੇਣਗੇ। ਗਿਆਨੀ ਜੀ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਗਿਆਨੀ ਜੀ ਫਤਿਹ ਸਾਂਝੀ ਕਰਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਹਫਤੇ ਤੱਕ ਗਿਆਨੀ ਜੀ ਨੇ ਪੌੜੀ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਪੈ ਸਰਵ ਸੰਭਾਲੇ ਇਸ ਦੇ ਜੋ ਅਖਰੀ ਅਰਥ ਹਨ ਅਤੇ ਵਿਆਕਰਣ ਸੀ ਉਹਦੀ ਸੇਧ ਦਿੱਤੀ। ਇਸ ਹਫਤੇ ਇਸ ਪ੍ਰੋਗਰਾਮ ਦਾ ਆਗਾਜ਼ ਜੋ ਅਗਲੀ ਪੌੜੀ ਹੈ ਮੁੰਦਾ ਸੰਤੋਖ ਸਰਮ ਪਥ ਝੋਲੀ ਧਿਆਨ ਕੀ ਕਰੇ ਬੇਭੂਤ ਇਸ ਤੋਂ ਕੀਤਾ ਜਾਂਦਾ ਹੈ। ਮੁੰਦਾ ਸੰਤੋਖ ਸਰਮ ਪਥ ਝੋਲੀ ਧਿਆਨ ਕੀ ਕਰੇ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼। ਗੁਰੂ ਸਵਾਰੇ ਸਤਸੰਗੀਓ, ਆਪ ਜੀ ਨੇ ਗੁਰੂ ਕਿਰਪਾ ਦੇ ਨਾਲ ਜਪਜੀ ਸਾਹਿਬ ਦੀ ਬਾਣੀ ਵਿੱਚੋਂ 28ਵੀਂ ਪੌੜੀ ਦਾ ਪਾਠ ਸ਼ਰਵਣ ਕੀਤਾ। ਐਸਾ ਪ੍ਰਤੀਤ ਹੁੰਦਾ ਹੈ ਕਿ ਮੇਰੇ ਗੁਰਦੇਵ ਜਗਤ ਨੂੰ ਤਾਰਨਹਾਰ ਸਤਿਗੁਰੂ ਹਰ ਪ੍ਰਾਣੀ ਮਾਤਰ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਮਿਲਣ ਦੀ ਸਹੀ ਅਗਵਾਈ ਬਖਸ਼ਦੇ ਹਨ। ਕਿਉਂਕਿ ਜਿਸ ਸਮੇਂ ਗੁਰੂ ਨਾਨਕ ਦੇਵ ਪਾਤਸ਼ਾਹ ਇਸ ਸੰਸਾਰ ਵਿੱਚ ਆਏ ਇੱਥੇ ਜੋਗੀਆਂ ਦਾ ਬਹੁਤ ਬੋਲਬਾਲਾ ਸੀ ਔਰ ਜੋਗੀ ਲੋਕ ਗ੍ਰਸਤ ਦੀ ਬਹੁਤ ਨਿੰਦਿਆ ਕਰਦੇ ਸਨ। ਗ੍ਰਸਤ ਨੂੰ ਤਿਆਗ ਕੇ ਉਹ ਪਹਾੜਾਂ ਦੀਆਂ ਕੰਧਰਾਂ ਵਿੱਚ ਜਾ ਬੈਠੇ। ਉਹਨਾਂ ਨੇ ਕੰਨਾਂ ਵਿੱਚ ਮੁੰਦਰਾਂ ਪਾ ਲਈਆਂ, ਉਹਨਾਂ ਨੇ ਇੱਕ ਝੋਲੀ ਰੱਖ ਲਈ, ਇੱਕ ਖੱਪਰ ਰੱਖ ਲਿਆ। ਕਹਿਣ ਤੋਂ ਭਾਵ ਇੱਕ ਵੱਖਰਾ ਮਾਰਗ ਚਲਾਇਆ ਤੇ ਗ੍ਰਸਤੀ ਲੋਕਾਂ ਨੂੰ ਆਪਣੀਆਂ ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਦਿਖਾ ਕੇ ਬੜਾ ਭੈਭੀਤ ਕੀਤਾ। ਮੇਰੇ ਗੁਰਦੇਵ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਵੀ ਬੜਾ ਉਦਮ ਕੀਤਾ। ਸਮੇਰ ਪਰਬਤ ਤੇ ਗਏ, ਨਾਨਕ ਮੱਤਾ ਜਿਸ ਨੂੰ ਉਸ ਵੇਲੇ ਗੋਰਖ ਮੱਤਾ ਕਿਹਾ ਜਾਂਦਾ ਸੀ ਉੱਥੇ ਵੀ ਗਏ, ਅਚਲ ਬਟਾਲੇ ਵੀ ਗਏ। ਜਨਮ ਸਾਖੀ ਪੜ੍ਹਦਿਆਂ ਇਤਿਹਾਸ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਟੋਆ। ਤੋ ਇਸੇ ਤਰ੍ਹਾਂ ਮਹਾਰਾਜ ਨੇ ਜੋਗੀਆਂ ਨੂੰ ਵੀ ਸਮਝਾਉਣ ਦਾ ਯਤਨ ਕੀਤਾ। ਕਿਉਂਕਿ ਬਾਣੀ ਵਿੱਚ ਇੱਕ ਪੰਕਤੀ ਆਉਂਦੀ ਹੈ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਜਿਹੜੇ ਮਹਾਂਪੁਰਖ ਹੁੰਦੇ ਨੇ ਉਹ ਭਾਵੇਂ ਕਿਸੇ ਇੱਕ ਵਿਅਕਤੀ ਦੇ ਪਰਥਾਏ ਕੋ ਉਪਦੇਸ਼ ਕਰਨ, ਉਹਨਾਂ ਦਾ ਉਪਦੇਸ਼ ਸਮੁੱਚੇ ਸੰਸਾਰ ਦੇ ਲੋਕਾਂ ਲਈ ਸਾਂਝਾ ਹੁੰਦਾ ਹੈ। ਉਸ ਤੋਂ ਕੋਈ ਵੀ ਭੁੱਲਿਆ ਭਟਕਿਆ ਮਨੁੱਖ ਅਗਵਾਈ ਪ੍ਰਾਪਤ ਕਰ ਸਕਦਾ, ਕਿਉਂਕਿ ਜੋਗੀਆਂ ਨੇ ਆਪਣੇ ਮਤ ਨੂੰ ਵਧਾਉਣ ਵਾਸਤੇ ਲੋਕਾਂ ਨੂੰ ਇਹ ਪ੍ਰਚਾਰ ਕੀਤਾ ਬਈ ਜੇ ਤੁਸੀਂ ਪਰਮਾਤਮਾ ਨਾਲ ਜੁੜਨਾ ਤਾਂ ਤੁਹਾਨੂੰ ਇਹ ਗ੍ਰਸਤ ਛੱਡਣਾ ਪਵੇਗਾ, ਤੁਹਾਨੂੰ ਇਸ ਸੋਹਣੇ ਸਰੀਰ ਉੱਤੇ ਸੁਆਹ ਮਲਣੀ ਪਵੇਗੀ, ਤੁਹਾਨੂੰ ਇਹਨਾਂ ਸੋਹਣੇ ਕੇਸਾਂ ਦੀਆਂ ਜਟਾਵਾਂ ਬਣਾਉਣੀਆਂ ਪੈਣਗੀਆਂ ਇਤਿਆਦਿਕ। ਪਰ ਬਾਬੇ ਨਾਨਕ ਨੇ ਉਹਨਾਂ ਨੂੰ ਸਮਝਾਇਆ, ਆਖਿਆ ਜੋਗ ਨਾ ਭਗਵੀਂ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆਂ ਜੋਗ ਪਾਈਏ ਸਤਿਗੁਰ ਕੇ ਉਪਦੇਸ਼। ਭਗਵੇਂ ਕੱਪੜੇ ਪਾਉਣ ਨਾਲ ਜਾਂ ਮੈਲਾ ਵੇਸ ਕਰਨ ਨਾਲ ਕੋਈ ਜੋਗੀ ਨਹੀਂ ਹੋ ਸਕਦਾ।
ਸੂਹੀ ਰਾਗ ਵਿੱਚ ਇੱਕ ਬਹੁਤ ਲੰਬਾ ਸ਼ਬਦ ਹੈ। ਤੋ ਖੈਰ ਅਸੀਂ ਇਸ ਪੌੜੀ ਦੇ ਅਰਥਾਂ ਵੱਲ ਧਿਆਨ ਦਿਵਾਉਂਦੇ ਹੋਏ ਸਮਝਣ ਦਾ ਯਤਨ ਕਰਨਾ। ਪਾਤਸ਼ਾਹ ਨੇ ਕਿਹਾ, ਹੈ ਭਾਈ, ਜੇ ਤੂੰ ਮੁੰਦਰਾਂ ਪਾਉਣੀਆਂ ਹਨ ਤਾਂ ਆਪਣੇ ਅੰਦਰ ਸੰਤੋਖ ਧਾਰਨ ਕਰ। ਸੰਤੋਖ ਧਾਰਨ ਕਰਨ ਦਾ ਮਤਲਬ ਹੈ ਜਿਹੜੀਆਂ ਤੇਰੀਆਂ ਇੱਛਾਵਾਂ ਹਨ, ਜਿਹੜੀਆਂ ਤੇਰੀਆਂ ਖਾਹਿਸ਼ਾਂ ਹਨ, ਉਹਨਾਂ ਨੂੰ ਵਿੰਨਣਾ ਕਰ, ਉਹਨਾਂ ਨੂੰ ਖਤਮ ਕਰਨਾ ਕਰ। ਤੁਸੀਂ ਜਾਣਦੇ ਹੋ, ਲਾਲਚ ਤਿਆਗਣ ਲਈ ਸੰਤੋਖ ਕਰਨਾ ਪੈਂਦਾ। ਜਿਹੜਾ ਸੰਤੋਖੀ ਨਹੀਂ ਉਹ ਲਾਲਚੀ ਹੈ, ਜਿਹੜਾ ਲਾਲਚੀ ਹੈ ਉਹ ਸੰਤੋਖੀ ਨਹੀਂ। ਤਾਂ ਪਾਤਸ਼ਾਹ ਨੇ ਸਭ ਤੋਂ ਪਹਿਲੀ ਗੱਲ ਕਹੀ, ਮੁੰਦਾਂ ਸੰਤੋਖ। ਸੰਤੋਖ ਧਾਰਨ ਕਰਨ ਰੂਪੀ ਮੁੰਦਰਾਂ ਪਾਉਣੀਆਂ ਕਰ। ਸ਼ਰਮ ਪਤ ਝੋਲੀ। ਸ਼ਰਮ ਕਹਿੰਦੇ ਮਿਹਨਤ ਕਰਨ ਨੂੰ। ਇਹ ਜਿਹੜਾ ਪਤ ਅੱਖਰ ਹੈ, ਇਹਨੂੰ ਥੋੜ੍ਹਾ ਜਿਹਾ ਵਿਚਾਰਨਾ ਪਵੇਗਾ। ਮੈਂ ਅੱਜ ਅਨੇਕਾਂ ਹੀ ਉਹਨਾਂ ਮਨੁੱਖਾਂ ਦੇ ਸਵਾਲ ਸੁਣ ਕੇ ਸੋਚਾਂ ਵਿੱਚ ਪੈ ਜਾਂਦਾ ਹਾਂ ਕਿ ਉਹਨਾਂ ਨੇ ਗੁਰਬਾਣੀ ਦਾ ਪਾਠ ਨਹੀਂ ਕੀਤਾ। ਹੁਣੇ ਇੱਕ ਵੀਰ ਜੀ ਪੁੱਛ ਰਹੇ ਸਨ, ਇਹ ਜਿਹੜਾ ਧੰਨ ਅੱਖਰ ਹੈ ਇਹਦਾ ਉਚਾਰਨ ਕਿਵੇਂ ਕਰਨਾ ਹੈ। ਤਾਂ ਹਰ ਗੱਲ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਸਮਝਣਾ। ਗੁਰਬਾਣੀ ਵਿੱਚ ਧੰਨ ਅੱਖਰ 3 ਰੂਪਾਂ ਵਿੱਚ ਆਉਂਦਾ ਹੈ। ਇੱਕ ਹੈ ਧੱਦਾ ਨੰਨਾ ਧੰਨ, ਇੱਕ ਹੈ ਧੱਦਾ ਨੰਨੇ ਨੂੰ ਔਂਕੜ ਧੰਨ, ਇੱਕ ਹੈ ਧੱਦੇ ਨੂੰ ਟਿੱਪੀ ਨੰਨਾ ਧੰਨ। ਹੁਣ ਉਚਾਰਨ ਲਗਭਗ ਤਿੰਨਾਂ ਦਾ ਧੰਨ ਹੈ, ਪਰ ਜਿੱਥੇ ਧੱਦਾ ਨੰਨਾ ਧੰਨ ਹੈ ਉਹ ਇਸਤਰੀ ਦਾ ਸੂਚਕ ਹੈ। ਧੰਨ ਫਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ। ਪਰ ਜਿੱਥੇ ਧਨ ਦੌਲਤ ਦੀ ਗੱਲ ਹੈ ਉੱਥੇ ਧੱਦਾ ਨੰਨੇ ਨੂੰ ਔਂਕੜ ਧੰਨ ਹੈ। ਪਰ ਜਦੋਂ ਅਸੀਂ ਕਿਸੇ ਨੂੰ ਕਹਿਣਾ ਹੋਵੇ, ਮਹਾਰਾਜ ਤੁਸੀਂ ਬੜੇ ਧੰਨ ਹੋ, ਜਾਂ ਧੰਨ 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 ਜਨ ਆਇਆ, ਉੱਥੇ ਟਿੱਪੀ ਲੱਗੀ ਹੋਵੇਗੀ। ਇਸੇ ਤਰ੍ਹਾਂ ਇਹ ਜਿਹੜਾ ਪਤ ਅੱਖਰ ਹੈ ਨਾ, ਇਹ ਵੀ ਸੰਸਕ੍ਰਿਤ ਵਿੱਚੋਂ ਆਇਆ ਤੇ ਇਸ ਦੇ ਵੀ ਕਈ ਰੂਪ ਗੁਰਬਾਣੀ ਵਿੱਚ ਮਿਲਦੇ ਨੇ। ਪਤ ਸਾਡੇ ਸਾਹਮਣੇ ਹੈ, ਤੱਤੇ ਨੂੰ ਔਂਕੜ ਵਾਲਾ। ਇਹ ਪਤ ਪਾਤਰ ਵਾਸਤੇ ਹੈ, ਬਰਤਨ ਵਾਸਤੇ ਹੈ, ਖੱਪਰ ਵਾਸਤੇ ਹੈ, ਜਿਹਦੇ ਵਿੱਚ ਜੋਗੀ ਲੋਕ ਜੋ ਭਿੱਖਿਆ ਮੰਗਦੇ ਹਨ ਉਹਦੇ ਚ ਪਾਉਂਦੇ ਹਨ, ਉਹਦੇ ਵਿੱਚੋਂ ਫਿਰ ਆਪਣੀ ਝੋਲੀ ਵਿੱਚ ਪਾ ਲੈਂਦੇ ਨੇ। ਇਹ ਪਤ ਇਉਂ ਹੈ। ਪਰ ਇਹੀ ਪਤ ਇੱਜ਼ਤ ਵਾਸਤੇ ਵੀ ਆਉਂਦਾ ਹੈ, ਜਿਹਨੂੰ ਇੱਜ਼ਤ ਆਬਰੂ ਕਹਿੰਦੇ ਹਨ। ਫਲਾਣੇ ਨੇ ਮੇਰੀ ਬੜੀ ਪਤ ਲਾਈ, ਫਲਾਣੇ ਦੀ ਅਸੀਂ ਪਤ ਲਾ ਦਿੱਤੀ, ਉੱਥੇ ਵੀ ਪਤ ਸ਼ਬਦ ਆਉਂਦਾ ਹੈ। ਔਰ ਪਤੀ ਵਾਸਤੇ ਵੀ ਪਤ ਆਉਂਦਾ ਹੈ, ਖਸਮ ਲਈ, ਮਾਲਕ ਲਈ ਵੀ ਆਉਂਦਾ ਹੈ। ਔਰ ਇਹੀ ਪਤ ਪੱਤਰਾਂ ਵਾਸਤੇ ਵੀ ਆਉਂਦਾ ਹੈ। ਤੋ ਕਹਿਣ ਤੋਂ ਭਾਵ ਸਾਨੂੰ ਆਪਣਾ ਗਿਆਨ, ਆਪਣਾ ਨੌਲੇਜ ਤੇ ਵਧਾਉਣੀ ਪਵੇਗੀ। ਔਰ ਉਹ ਵਧਾਉਣ ਵਾਸਤੇ ਸੇਧ ਬਾਹਰੋਂ ਨਹੀਂ ਲੈਣੀ, ਗੁਰਬਾਣੀ ਵਿੱਚੋਂ ਲੈਣੀ ਹੈ। ਮਹਾਰਾਜ ਕਹਿੰਦੇ ਨੇ, ਇਹ ਜੋਗੀ, ਜੇ ਤੂੰ ਸੱਚਮੁੱਚ ਪਰਮਾਤਮਾ ਨਾਲ ਜੁੜਨਾ ਚਾਹੁੰਦਾ ਹੈ ਤਾਂ ਤੂੰ ਸੰਤੋਖ ਧਾਰਨ ਕਰ। ਇਹ ਸੰਤੋਖ ਧਾਰਨ ਕਰਨ ਰੂਪੀ ਮੁੰਦਰਾਂ ਪਾਉਣੀਆਂ ਕਰ। ਸ਼ਰਮ ਪਤ ਝੋਲੀ। ਇਹ ਜਿਹੜਾ ਪਾਤਰ ਹੈ, ਖੱਪਰ ਹੈ, ਜਿਹਦੇ ਵਿੱਚ ਤੂੰ ਭਿੱਖਿਆ ਲੈ ਕੇ ਪਾਉਂਦਾ ਹੈ, ਇਹ ਮਿਹਨਤ ਕਰਨ ਦਾ ਬਣਾ। ਪਰ ਜੋਗੀ ਲੋਕ ਤੇ ਵਿਹਲੇ ਰਹਿ ਕੇ ਲੋਕਾਂ ਦੇ ਉੱਤੇ ਬੋਝ ਬਣੇ ਹੋਏ ਨੇ। ਗ੍ਰਸਤੀਆਂ ਦੇ ਘਰਾਂ ਵਿੱਚ ਜਾ ਕੇ ਅਲਖ ਜਗਾਉਂਦੇ ਤੇ ਮੰਗ ਕੇ ਖਾਂਦੇ ਨੇ। ਜਿਹੜੇ ਗ੍ਰਸਤੀਆਂ ਨੂੰ ਮਾੜਾ ਕਹਿੰਦੇ ਨੇ ਉਹਨਾਂ ਦੇ ਘਰ ਹੀ ਮੰਗਣ ਜਾਂਦੇ ਨੇ। ਪਾਤਸ਼ਾਹ ਨੇ ਕਿਹਾ ਵੀ ਇਹ ਤੇ ਗੱਲ ਠੀਕ ਨਹੀਂ। ਜੇ ਤੂੰ ਸੱਚਮੁੱਚ ਜੋਗੀ ਬਣਨਾ ਚਾਹੁੰਦਾ ਹੈ, ਸੰਤੋਖ ਦੀਆਂ ਮੁੰਦਰਾਂ ਪਾ ਅਤੇ ਸ਼ਰਮ ਪਤ ਝੋਲੀ ਬਣਾ, ਮਿਹਨਤ ਕਰ, ਇਹਨੂੰ ਆਪਣਾ ਪਾਤਰ ਤੇ ਝੋਲੀ ਬਣਾ। ਫਿਰ ਪਾਤਸ਼ਾਹ ਜੀ ਕਹਿੰਦੇ ਨੇ, ਧਿਆਨ ਕੀ ਕਰੇ ਬੇਭੂਤ। ਧਿਆਨ ਕੀ, ਹਰ ਵੇਲੇ ਉਸ ਪਰਮਾਤਮਾ ਨਾਲ ਧਿਆਨ ਜੁੜਿਆ ਰਹੇ। ਅਸੀਂ ਵੀ ਕਹਾਂਗੇ ਤੇ ਬੜੀ ਔਖੀ ਗੱਲ ਹੈ। ਨਹੀਂ, ਹੁਣੇ ਅਸੀਂ ਜ਼ਿਕਰ ਕਰ ਰਹੇ ਸੀ ਡਾਕਟਰ ਸਾਹਿਬ ਨਾਲ ਵੀ ਔਖੀ ਕਦ ਤੱਕ ਹੈ, ਜਦ ਤੱਕ ਅਸੀਂ ਗੁਰੂ ਕੋਲੋਂ ਜੁਗਤੀ ਨਹੀਂ ਸਿੱਖਦੇ। ਜਦੋਂ ਗੁਰੂ ਕੋਲੋਂ ਜੁਗਤੀ ਸਿੱਖ ਲਈਏ, ਔਖੀ ਸੌਖੀ ਹੋ ਜਾਂਦੀ। ਬੱਚਾ ਸਕੂਲ ਵਿੱਚ ਪੜ੍ਹਨ ਜਾਂਦਾ, ਉਹਨੂੰ ਇੱਕ ਅੱਖਰ ਵੀ ਲਿਖਣਾ ਨਹੀਂ ਆਉਂਦਾ, ਉਹਨੂੰ ਕੋਈ ਜਮ੍ਹਾਂ ਕਰਨਾ ਨਹੀਂ ਆਉਂਦਾ, ਤਫਰੀਕ ਕਰਨਾ ਨਹੀਂ ਆਉਂਦਾ, ਘਟਾਓ ਨਹੀਂ ਆਉਂਦਾ, ਵਧਾਓ ਨਹੀਂ ਆਉਂਦਾ। ਪਰ ਜਦੋਂ ਉਸਤਾਦ ਉਸਨੂੰ ਤਰੀਕਾ ਦੱਸ ਦਿੰਦਾ
ਤੇ ਉਹੀ ਔਖੀ ਗੱਲ ਉਹਦੇ ਲਈ ਸੌਖੀ ਬਣ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਨੂੰ ਜਦੋਂ ਪੁੱਛਾਂਗੇ ਹਰ ਔਖੀ ਗੱਲ ਸੌਖੀ ਬਣ ਜਾਏਗੀ। ਧਿਆਨ ਕੀ ਕਰਾਂ ਵਿਭੂਤ, ਮੇਰੇ ਪਾਤਸ਼ਾਹ ਨੇ ਤੇ ਬੜਾ ਸੌਖਾ ਢੰਗ ਸਮਝਾਇਆ। ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜੇ ਤੂੰ ਆਪਣੇ ਘਰ ਵਿੱਚ ਪ੍ਰਵੇਸ਼ ਕਰਦਾ ਹੈ, ਆਖ ਵਾਹਿਗੁਰੂ ਤੇਰਾ ਸ਼ੁਕਰ ਹੈ। ਜੇ ਪ੍ਰਸਾਦ ਛਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨ ਮਾਏ। ਜਿਹਦੀ ਕਿਰਪਾ ਦੇ ਨਾਲ ਤੇਰੇ ਅੱਗੇ 36 ਪਦਾਰਥ ਪਰੋਸੇ ਹੋਏ ਥਾਲ ਆ ਗਿਆ, ਖਾਣ ਦੀ ਕਾਹਲੀ ਨਾ ਕਰ, ਉਹਦਾ ਸ਼ੁਕਰ ਕਰ, ਯਾਦ ਕਰ। ਗੁਰੂ ਅਮਰਦਾਸ ਜੀ ਨੇ ਤਾਂ ਕਮਾਲ ਹੀ ਕਰ ਦਿੱਤੀ। ਉਹ ਕਹਿੰਦੇ ਭੈ ਵਿੱਚ ਬੈਸੈ ਭੈ ਰਹੇ, ਭੈ ਵਿੱਚ ਕਮਾਵੇ ਕਾਰ। ਇੱਥੇ ਸੁਖ ਵਡਿਆਈਆਂ ਦਰਗਾਹ ਮੁਖ ਦੁਆਰ। ਜਿੱਥੇ ਬੈਠੋ ਉਹਦੇ ਭੈ ਵਿੱਚ ਬੈਠੋ, ਜਿੱਥੇ ਰਹੋ ਉਹਦੇ ਭੈ ਵਿੱਚ ਰਹੋ। ਜੋ ਵੀ ਤੁਸੀਂ ਕਾਰ ਕਮਾਉਂਦੇ ਹੋ, ਜਿਸ ਡਿਊਟੀ ਤੇ ਵੀ ਤੁਹਾਨੂੰ ਪ੍ਰਮਾਤਮਾ ਨੇ ਬਿਠਾਇਆ, ਉਹ ਭੈ ਵਿੱਚ ਕਰੋ। ਹਰ ਵੇਲੇ ਉਹਦਾ ਧਿਆਨ ਹੋ ਗਿਆ, ਕਦੇ ਧਿਆਨ ਭੁੱਲੇਗਾ ਹੀ ਨਹੀਂ। ਤਾਂ ਮਹਾਰਾਜ ਕਹਿੰਦੇ ਨੇ ਇਹ ਜਿਹੜੀ ਵਿਭੂਤੀ ਲਾ ਕੇ ਤੂੰ ਸੰਸਾਰ ਤੋਂ ਤਿਆਗੀ ਬਣਿਆ ਫਿਰਦਾ ਹੈ। ਤੂੰ ਆਨਾ ਮੈਂ ਸੋਹਣੇ ਕੱਪੜੇ ਨਹੀਂ ਪਾਉਣੇ, ਮੈਂ ਵਿਭੂਤੀ ਪਾ ਲਾ ਲਈ ਹੈ। ਕਹਿੰਦੇ ਹਰ ਵੇਲੇ ਉਸ ਦਾ ਧਿਆਨ ਰੱਖਿਆ ਕਰ, ਉਹਦਾ ਡਰ, ਉਹਦਾ ਪਵਿੱਤਰ ਭਾਵ ਆਪਣੇ ਹਿਰਦੇ ਵਿੱਚ ਵਸਾਇਆ ਕਰ। ਖਿੰਤਾ ਕਾਲ, ਜੋਗੀ ਲੋਕ ਸਾਡੇ ਗ੍ਰਸਤੀਆਂ ਵਾਂਗੂ ਕੱਪੜੇ ਨਹੀਂ ਪਾਉਂਦੇ। ਉਹਨਾਂ ਨੇ ਲੀਰਾਂ ਜੋੜ ਕੇ ਇੱਕ ਖਿੰਥਾ ਬਣਾਈ ਹੁੰਦੀ ਹੈ, ਉਹਨੂੰ ਗੋਦੜੀ ਵੀ ਕਹਿੰਦੇ ਨੇ। ਉਹ ਕਈ ਟਾਕੀਆਂ ਜੋੜ ਕੇ ਬਣਾਈ ਹੁੰਦੀ ਹੈ ਤੇ ਦੱਸਦੇ ਨੇ ਕਿ ਅਸੀਂ ਬਹੁਤੇ ਸੁੱਖਾਂ ਆਰਾਮਾਂ ਵਿੱਚ ਨਹੀਂ ਪੈਂਦੇ। ਮਹਾਰਾਜ ਕਹਿੰਦੇ ਨੇ ਇਹਦੇ ਨਾਲ ਕੁਝ ਨਹੀਂ ਬਣਨਾ। ਕਾਲ, ਮੌਤ ਨੂੰ ਹਰ ਵੇਲੇ ਚੇਤੇ ਰੱਖਣਾ, ਇਹ ਗੋਦੜੀ ਪਾਉਣੀ ਕਰ। ਕੁਆਰੀ ਕਾਇਆ ਜੁਗਤ, ਇਹ ਵਿਸਰਾਮ ਦਾਸ ਨੇ ਆਪਣੇ ਵਿਦਿਆਰਥੀਆਂ ਨੂੰ, ਸੰਗਤਾਂ ਨੂੰ ਕਈ ਵਾਰ ਸਮਝਾਇਆ, ਪਰ ਐਸਾ ਪੱਕ ਚੁੱਕਾ ਹੈ ਕਿ ਲੋਕ ਜੁਗਤ ਡੰਡਾ ਪ੍ਰਤੀਤ ਬਣਾ ਦਿੰਦੇ ਨੇ, ਜਦੋਂ ਕਿ ਇਹ ਵਿਸਰਾਮ ਇੱਥੇ ਆਉਣਾ ਚਾਹੀਦਾ ਹੈ। ਖਿੰਥਾ ਕਾਲ ਕੁਆਰੀ ਕਾਇਆ ਜੁਗਤ। ਜੁਗਤ ਦਾ ਮਤਲਬ ਹੈ ਜੀਵਨ ਜਾਚ, ਉਹ ਜੋਗੀਆਂ ਵਾਲੀ ਜੁਗਤ, ਤਰੀਕਾ, ਢੰਗ। ਪਾਤਸ਼ਾਹ ਕਹਿੰਦੇ ਨੇ ਹਰ ਵੇਲੇ ਮੌਤ ਨੂੰ ਯਾਦ ਰੱਖਣਾ, ਇਹ ਖਿੰਥਾ ਗੋਦੜੀ ਬਣਾ। ਔਰ ਕੁਆਰੀ ਕਾਇਆ ਜੁਗਤ, ਕੁਆਰੀ ਦਾ ਮਤਲਬ ਹੈ ਇਸ ਕਾਇਆ ਨੂੰ ਵਿਕਾਰਾਂ ਤੋਂ ਪਵਿੱਤਰ ਰੱਖ। ਜਿਵੇਂ ਛੋਟੀ ਬੱਚੀ ਜਿਸ ਦਾ ਵਿਆਹ ਨਾ ਹੋਇਆ ਹੋਵੇ, ਉਸ ਨੂੰ ਅਸੀਂ ਕੁਆਰੀ ਕੰਨਿਆ ਕਹਿੰਦੇ ਹਾਂ। ਉਹਨੂੰ ਅਸੀਂ ਪਵਿੱਤਰ ਦੇਵੀ ਮੰਨਦੇ ਹਾਂ, ਵੀ ਇਹ ਬੜੀ ਪਵਿੱਤਰ ਹੈ। ਕਹਿਣ ਤੋਂ ਭਾਵ ਸਤਿਗੁਰੂ ਕਹਿੰਦੇ ਹਨ ਇਸ ਕਾਇਆ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ, ਕੁਆਰੀ ਰੱਖਣਾ, ਪਵਿੱਤਰ ਰੱਖਣਾ, ਇਹ ਜੁਗਤ ਬਣਾਉਣੀ ਕਰ। ਡੰਡਾ ਪ੍ਰਤੀਤ, ਜੋਗੀ ਲੋਕ ਆਪਣੇ ਹੱਥ ਵਿੱਚ ਇੱਕ ਡੰਡਾ ਵੀ ਰੱਖਦੇ ਹਨ, ਕੁੱਤੇ ਬਿੱਲੇ ਨੂੰ ਪਰੇ ਹਟਾਉਣ ਵਾਸਤੇ। ਕਹਿੰਦੇ ਉਸ ਵਾਹਿਗੁਰੂ ਅਕਾਲ ਪੁਰਖ ਤੇ ਦ੍ਰਿੜ ਪ੍ਰਤੀਤ ਕਰਨੀ, ਨਿਸ਼ਚਾ ਕਰਨਾ, ਇਹ ਤੂੰ ਆਪਣਾ ਡੰਡਾ ਬਣਾਉਣਾ ਕਰ। ਫਿਰ ਸਤਿਗੁਰੂ ਜੀ ਫਰਮਾਉਂਦੇ ਨੇ ਆਈ ਪੰਥੀ ਸਗਲ ਜਮਾਤੀ। ਕਿਤਨੀ ਸੁੰਦਰ ਵਿਚਾਰਧਾਰਾ ਹੈ ਮੇਰੇ ਸਤਿਗੁਰੂ ਦੀ, ਪਰ ਕੋਈ ਸਮਝ ਲਵੇ। ਪਰ ਸਾਨੂੰ ਤੇ ਪੜ੍ਹਨਾ ਨਹੀਂ ਆਉਂਦਾ ਤੇ ਸਮਝੇਗਾ ਕੌਣ। ਆਈ ਪੰਥੀ, ਜੋਗੀਆਂ ਦੇ 12 ਪੰਥ ਹਨ। ਉਹਨਾਂ ਪੰਥਾਂ ਵਿੱਚ ਸਭ ਤੋਂ ਸ਼੍ਰੋਮਣੀ ਪੰਥ ਆਈ ਪੰਥ। ਉਸ ਪੰਥ ਵਿੱਚ ਜਿਹੜੇ ਜੋਗੀ ਸ਼ਾਮਲ ਹੁੰਦੇ ਨੇ ਉਹਨਾਂ ਦੇ ਨਾਮ ਨਾਲ ਆਈ ਲੱਗਦਾ ਹੈ, ਜਿਵੇਂ ਗੁੰਦਾਈ, ਇਸ ਤਰ੍ਹਾਂ ਉਹਨਾਂ ਦੇ ਨਾਵਾਂ ਦੇ ਨਾਲ ਪਿੱਛੇ ਆਈ ਸ਼ਬਦ ਆਉਂਦਾ। ਔਰ ਆਈ ਪੰਥ ਵਾਲੇ ਆਪਣੇ ਆਪ ਨੂੰ ਜੋਗੀਆਂ ਵਿੱਚ ਸਭ ਤੋਂ ਸ਼੍ਰੋਮਣੀ ਤੇ ਸ੍ਰੇਸ਼ਟ ਮੰਨਦੇ। ਪਾਤਸ਼ਾਹ ਕਹਿੰਦੇ ਨੇ ਆਈ ਪੰਥੀ ਸਗਲ ਜਮਾਤੀ। ਸਗਲ ਜਮਾਤੀ ਤਾਂ ਤੁਸੀਂ ਸਮਝਦੇ ਹੋ, ਜਿਵੇਂ ਕਲਾਸ ਵਿੱਚ ਪੜ੍ਹਨ ਵਾਲੇ ਬੱਚੇ ਹੋਣ, ਉਹ ਆਪਸ ਵਿੱਚ ਕਲਾਸਮੇਟ ਹੁੰਦੇ ਨੇ, ਕਲਾਸ ਫੈਲੋ ਹੁੰਦੇ ਨੇ। ਕਹਿੰਦੇ ਨੇ ਮੇਰੇ ਜਮਾਤੀ ਹੈ। ਇਹਨਾਂ ਸਾਰੇ ਜੀਵਾਂ ਨੂੰ ਆਪਣੇ ਵੀਰ ਸਮਝਣਾ, ਮਿੱਤਰ ਸਮਝਣਾ, ਭਰਾ ਸਮਝਣਾ, ਇਹ ਆਈ ਪੰਥ ਬਣਾਉਣਾ ਕਰ।
ਮਨ ਜੀਤੈ ਜਗ ਜੀਤ। ਮਨ ਨੂੰ ਜਿੱਤਣਾ ਕੀ ਹੈ? ਇਹਨੂੰ ਵਿਕਾਰਾਂ ਵਾਲੇ ਪਾਸੇ ਨਾ ਜਾਣ ਦੇਣਾ, ਮਾਇਆ ਦੇ ਪ੍ਰਭਾਵ ਥੱਲੇ ਨਾ ਲੱਗਣ ਦੇਣਾ। ਇਹ ਜਿਹੜਾ ਮਨ ਨੂੰ ਜਿੱਤ ਲੈਣਾ ਹੈ, ਇਹ ਮਾਨੋ ਸਾਰੇ ਜਗਤ ਨੂੰ ਜਿੱਤ ਲੈਣਾ। ਕਿਉਂਕਿ ਦੂਜਿਆਂ ਨੂੰ ਅਸੀਂ ਜਿੱਤਣ ਦਾ ਯਤਨ ਕਰ ਰਹੇ ਹਾਂ, ਦੂਜਿਆਂ ਨੂੰ ਉਪਦੇਸ਼ ਕਰ ਰਹੇ ਹਾਂ, ਪਰ ਆਪਣੇ ਮਨ ਨੂੰ ਨਹੀਂ ਜਿੱਤ। ਇਸੇ ਲਈ ਧੰਨ ਗੁਰੂ ਅਮਰਦਾਸ ਜੀ ਨੇ ਫਰਮਾਇਆ, ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਮੋਰਚਾ ਨਾ ਲਾਗੈ ਜਾਹੋ ਮੈਂ ਸੋਖੈ। ਬਈ ਇਸ ਤਨ ਵਿੱਚ ਵਸਦੇ ਮਨ ਨੂੰ ਦੇਖੋ, ਭਾਵ ਆਪਣੇ ਮਨ ਨੂੰ ਜਿੱਤਣਾ ਕਰੋ। ਜਿੱਤਣਾ ਤੋਂ ਮਤਲਬ ਵਸੀਕਰਨ ਕਰੋ, ਇਹਨੂੰ ਗੁਰੂ ਦੇ ਸ਼ਬਦ ਰਾਹੀਂ ਭੈੜੇ ਪਾਸੇ ਜਾਣ ਤੋਂ ਰੋਕਣਾ ਕਰੋ। ਤਾਂ ਜਿਸ ਨੇ ਮਨ ਨੂੰ ਜਿੱਤ ਲਿਆ, ਉਹਨੇ ਮਾਨੋ ਸਾਰੇ ਸੰਸਾਰ ਨੂੰ ਜਿੱਤ ਲਿਆ। ਫਿਰ ਪਾਤਸ਼ਾਹ ਕਹਿੰਦੇ ਨੇ, ਆਦੇਸ਼ ਤਿਸੈ ਆਦੇਸ਼। ਤੁਸੀਂ ਦੇਖਿਆ ਹੋਵੇਗਾ ਜੋਗੀ ਲੋਕ ਜਦੋਂ ਕਿਸੇ ਦੇ ਘਰ ਭਿੱਖਿਆ ਮੰਗਣ ਜਾਂਦੇ ਨੇ ਜਾਂ ਕਿਸੇ ਜੋਗੀ ਨੂੰ ਮਿਲਦੇ ਨੇ ਆਪਸ ਵਿੱਚ, ਤਾਂ ਉਹ ਆਦੇਸ਼ ਆਦੇਸ਼ ਕਹਿੰਦੇ ਨੇ। ਆਦੇਸ਼ ਦਾ ਆਖਰੀ ਅਰਥ ਹੈ ਨਮਸਕਾਰ, ਨਮਸਕਾਰ, ਨਮਸਕਾਰ। ਅਸੀਂ ਇੱਕ ਦੂਜੇ ਨੂੰ ਫਤਿਹ ਬੁਲਾਉਂਦੇ ਹਾਂ। ਕਈ ਵੀਰ ਰਾਮ ਰਾਮ ਬੁਲਾਉਂਦੇ ਨੇ, ਕਈ ਵੀਰ ਵਾਲੇਕੁਮ ਸਲਾਮ, ਅਸਲਾਮ ਅਲੈਕਮ। ਇਹ ਆਪਣੇ ਆਪਣੇ ਧਰਮ ਦਾ ਤਰੀਕਾ ਹੈ। ਜੋਗੀਆਂ ਦਾ ਤਰੀਕਾ ਹੈ ਆਦੇਸ਼ ਆਦੇਸ਼ ਕਹਿਣਾ। ਪਾਤਸ਼ਾਹ ਕਹਿੰਦੇ ਨੇ ਜੇ ਨਮਸਕਾਰ ਕਰਨੀ ਹੈ, ਆਦੇਸ਼ ਤਿਸੈ ਆਦੇਸ਼, ਨਮਸਕਾਰ ਉਸ ਨੂੰ ਕਰੋ। ਆਦ ਅਨੀਲ ਅਨਾਦ ਅਨਾਹਤ। ਬੜੇ ਧਿਆਨ ਨਾਲ ਜਦੋਂ ਇਸ ਦਾ ਪਾਠ ਕਰਨਾ ਹੈ, ਇਵੇਂ ਹੀ ਟਿਕਾ ਕੇ ਆਦ ਅਨੀਲ ਅਨਾਦ ਅਨਾਹਤ। ਆਦ ਦਾ ਮਤਲਬ ਹੈ ਜੋ ਮੁੱਢ ਤੋਂ ਹੈ, ਅਨਾਦ ਦਾ ਮਤਲਬ ਹੈ ਜਿਸ ਦਾ ਮੁੱਢ ਵੀ ਕਿਸੇ ਨੂੰ ਪਤਾ ਨਹੀਂ। ਅਨਆਦ ਭਾਵ ਜਿਸ ਦੇ ਮੁੱਢ ਬਾਰੇ ਕੋਈ ਜਾਣਦਾ ਹੀ ਨਹੀਂ। ਅਨੀਲ ਜਿਹੜਾ ਕਿਸੇ ਕਲੰਕ ਤੋਂ ਰਹਿਤ ਹੈ। ਅਨਾਹਤ ਜਿਹਦਾ ਕਦੇ ਹੱਥ ਨਹੀਂ ਹੁੰਦਾ, ਜਿਹਦਾ ਕਦੇ ਨਾਸ ਨਹੀਂ ਹੁੰਦਾ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਹਰ ਯੁੱਗ ਵਿੱਚ ਜਿਹੜਾ ਇੱਕੋ ਇੱਕ ਪਰਮਾਤਮਾ ਸਦਾ ਕਾਇਮ ਰਹਿੰਦਾ, ਭਾਵੇਂ ਸਤਜੁਗ ਹੋਵੇ, ਤ੍ਰੇਤਾ ਹੋਵੇ, ਦੁਆਪਰ ਹੋਵੇ, ਕਲਯੁਗ ਹੋਵੇ। ਪਰਮੇਸ਼ਵਰ ਦੀ ਹਸਤੀ ਕਦੇ ਬਦਲਦੀ ਨਹੀਂ। ਤੋਂ ਮਹਾਰਾਜ ਨੇ ਇਸ ਪੌੜੀ ਵਿੱਚ ਇਉਂ ਜੋਗੀਆਂ ਨੂੰ ਸਮਝਾਉਣ ਦੀ ਕਿਰਪਾ ਕੀਤੀ ਹੈ। ਦੂਸਰੀ ਪੌੜੀ ਵਿੱਚ ਪਾਤਸ਼ਾਹ ਫਰਮਾਉਂਦੇ ਨੇ, ਭੁਗਤ ਗਿਆਨ ਦਇਆ ਭੰਡਾਰਨ, ਕਟ ਕਟ ਵਾਜੈ ਨਾਦ। ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ। ਸੰਜੋਗ ਵਿਜੋਗ ਦੋਏ ਕਾਰ ਚਲਾਵੈ, ਲਿਖੇ ਆਵੈ ਭਾਗ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਪਾਤਸ਼ਾਹ ਫਰਮਾਉਂਦੇ ਨੇ, ਭੁਗਤ ਗਿਆਨ। ਜੋਗੀ ਲੋਕ ਜਦੋਂ ਪ੍ਰਸ਼ਾਦ ਵੰਡਦੇ ਹਨ, ਉਹਨੂੰ ਚੂਰਮਾ ਜਾਂ ਭੁਗਤ ਕਹਿੰਦੇ ਹਨ। ਪਾਤਸ਼ਾਹ ਕਹਿੰਦੇ ਨੇ, ਆਪ ਗਿਆਨ ਪ੍ਰਾਪਤ ਕਰੋ ਤੇ ਦੂਜਿਆਂ ਨੂੰ ਗਿਆਨ ਵੰਡੋ। ਇਹਦੀ ਭੁਗਤ ਚੂਰਮਾ ਬਣਾਉਣਾ ਕਰੋ, ਪ੍ਰਸ਼ਾਦ ਬਣਾਉਣਾ ਕਰੋ। ਤੇ ਦਇਆ ਭੰਡਾਰਨ, ਭੰਡਾਰੀ ਤੇ ਭੰਡਾਰਨ ਦੋ ਸ਼ਬਦ ਨੇ। ਭੰਡਾਰੀ ਪੁਲਿੰਗ ਹੈ ਤੇ ਭੰਡਾਰਨ ਇਸਤਰੀ ਲਿੰਗ ਹੈ। ਦਇਆ ਨੂੰ ਭੰਡਾਰਨ ਬਣਾਓ, ਭਾਵ ਵਰਤਾਵਾ ਕਰਨ ਵੇਲੇ, ਵਰਤਨ ਵੇਲੇ ਦਇਆ ਵਰਤੋ। ਸਾਰੇ ਜੀਆਂ ਨੂੰ ਗਿਆਨ ਬਖਸ਼ੋ। ਇਹ ਨਹੀਂ ਕਿ ਗਿਆਨ ਆਪਣੇ ਪੱਲੇ ਬੰਨ ਕੇ ਹਉਮੈ ਤੇ ਅਹੰਕਾਰ ਵਾਲੇ ਬਣ ਜਾਓ। ਭੁਗਤ ਗਿਆਨ ਦਇਆ ਭੰਡਾਰਨ, ਖਟ ਖਟ ਵਾਜੈ ਨਾਦ। ਜੋਗੀ ਲੋਕਾਂ ਨੇ ਆਪਣੇ ਗਲ ਵਿੱਚ ਇੱਕ ਨਾਦੀ ਪਾਈ ਹੁੰਦੀ ਹੈ, ਉਸ ਨੂੰ ਵੱਖ-ਵੱਖ ਸ਼ਬਦਾਂ ਨਾਲ ਪ੍ਰਚਾਰਿਆ ਜਾਂਦਾ। ਉਸ ਨਾਦੀ ਨੂੰ ਵਜਾਉਂਦੇ ਹਨ ਔਰ ਜਿਸ ਦਾ ਮਤਲਬ ਹੈ ਦੂਜਿਆਂ ਨੂੰ ਸੂਚਨਾ ਦਿੰਦੇ ਹਨ। ਪਾਤਸ਼ਾਹ ਕਹਿੰਦੇ ਨੇ, ਘਟ ਘਟ ਵਾਜੈ ਨਾਦ। ਹਰ ਘਟ, ਹਰ ਸਰੀਰ ਦੇ ਅੰਦਰ, ਹਰ ਹਿਰਦੇ ਦੇ ਅੰਦਰ ਇਹ ਜਿਹੜੀ ਜੀਵਨ ਰੁਮਕ ਹੈ ਨਾ, ਇਹ ਪਰਮਾਤਮਾ ਦਾ ਨਾਦ ਵੱਜ ਰਿਹਾ ਹੈ। ਇਹਨੂੰ ਆਪਣਾ ਨਾਦ ਬਣਾਉਣਾ ਕਰੋ। ਆਪ ਨਾਥ ਨਾਥੀ ਸਭ ਜਾ ਕੀ।
ਜਿਹੜਾ ਜੋਗੀਆਂ ਵਿੱਚ ਥੋੜਾ ਵੱਡਾ ਹੋਵੇ ਉਹਨੂੰ ਨਾਥ ਜੀ ਕਹਿੰਦੇ ਨੇ। ਮਹਾਰਾਜ ਕਹਿੰਦੇ ਨੇ ਭਾਈ ਨਾਥ ਤੇ ਉਹ ਪਰਮਾਤਮਾ ਹੀ ਹੈ। ਨਾਥੀ ਸਭ ਜਾ ਕੀ, ਨਾਥੀ ਤੋਂ ਮਤਲਬ ਨੱਥੀ ਹੋਈ, ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਨੱਥਿਆ ਹੋਇਆ ਹੈ। ਰਿੱਧ ਸਿੱਧ ਅਵਰਾ ਸਾਧ, ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਹਨ ਇਹ ਤਾਂ ਹੋਰ ਉਲਟਾ ਸਵਾਦ ਹਨ, ਜਿਹੜਾ ਪਰਮਾਤਮਾ ਤੋਂ ਤੋੜ ਕੇ ਦੂਜੇ ਪਾਸੇ ਲਿਜਾਂਦੇ ਨੇ। ਸੰਜੋਗ ਵਿਜੋਗ ਦੋਏ ਕਾਰ ਚਲਾਵੇਂ, ਇਹ ਹੁਣ ਜਿਹੜਾ ਕਾਰ ਸ਼ਬਦ ਹੈ ਇਹਦਾ ਮਤਲਬ ਇਹ ਨਹੀਂ ਕਿ ਕੋਈ 4 ਪਹੀਆਂ ਵਾਲੀ ਕਾਰ ਹੈ। ਆ ਜਿਹੜੀ ਸੰਸਾਰ ਦੀ ਕਾਰ ਚੱਲ ਰਹੀ ਹੈ ਨਾ ਖੇਡ, ਇਹ 2 ਅੱਖਰਾਂ ਉੱਤੇ ਹੈ। ਸੰਜੋਗ ਦਾ ਮਤਲਬ ਹੈ ਮਿਲਣਾ, ਵਿਜੋਗ ਦਾ ਮਤਲਬ ਹੈ ਵਿਛੁੜਨਾ। ਲੇਖੇ ਆਵੇਂ ਭਾਗ, ਆਖਿਆ ਜੋ ਸਾਡੇ ਲੇਖੇ ਵਿੱਚ ਹੈ, ਹਿੱਸੇ ਵਿੱਚ ਹੈ, ਉਹ ਸਾਨੂੰ ਭਾਗ ਮਿਲਦਾ ਹੈ। ਭਾਵ ਜੋ ਸਾਡੇ ਭਾਗਾਂ ਵਿੱਚ ਹੈ ਉਹ ਸਾਨੂੰ ਪ੍ਰਾਪਤ ਹੁੰਦਾ ਹੈ। ਇਸ ਲਈ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇਸ ਪੰਕਤੀ ਦੇ ਅਰਥ ਪਹਿਲਾਂ ਹੋ ਚੁੱਕੇ ਹਨ। ਇਸ ਲਈ ਅੱਜ ਅਸੀਂ ਇਹਨਾਂ 2 ਪੌੜੀਆਂ ਦੇ 27 ਅਤੇ 28 ਨੰਬਰ ਪੌੜੀ ਦੇ ਅਰਥ ਕੀਤੇ ਹਨ। ਆਪ ਜੀ ਨੇ ਧਿਆਨ ਨਾਲ ਇਹਨਾਂ ਨੂੰ ਸਮਝਣਾ ਔਰ ਪਾਠ ਕਰਦੇ ਸਮੇਂ ਜਿੱਥੇ ਜਿੱਥੇ ਵਿਸਰਾਮ ਦੇਣਾ ਹੈ ਉਹਦੇ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣਾ, ਤਾਂ ਇਹ ਕੀਤੀ ਹੋਈ ਮਿਹਨਤ ਸਫਲ ਹੋਵੇਗੀ ਜੀ। ਗਿਆਨੀ ਜੀ ਨੇ ਬੜੇ ਹੀ ਪਿਆਰ ਨਾਲ ਸਾਨੂੰ ਇਸ ਪੌੜੀ ਦੇ ਅਖਰੀ ਅਰਥ ਅਤੇ ਵਿਆਕਰਣ ਅਰਥ ਸਮਝਾਏ। ਹੁਣ ਸਮਾਂ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਮੁੜ ਮਿਲਦੇ ਹਾਂ ਪ੍ਰੋਗਰਾਮ ਗੁਰਮਤਿ ਗਿਆਨ ਲਾਈਵ ਵਿੱਚ। ਸਾਨੂੰ ਇਜਾਜ਼ਤ ਦਿਓ ਜੀ। ਵਾਹਿਗੁਰੂ।